ਸ਼੍ਰੀ ਨਾਨਕ ਪਦ ਪੰਕਜ ਬੰਦਨ, ਪੰਕਜ ਬੰਦਨ। ਸਿਮਰੋ ਅੰਗਦ ਦੁਖ ਨਿਕੰਦਨ। ਅਮਰਦਾਸ ਗੁਰ ਹਿਰਦੈ ਧਿਆਵੋ, ਗੁਰ ਹਿਰਦੈ ਧਿਆਵੋ। ਸ਼੍ਰੀ ਗੁਰੂ ਰਾਮਦਾਸ ਗੁਣ ਗਾਵੋ। ਸ਼੍ਰੀ ਅਰਜਨ ਬਿਘਨਨ ਕੇ ਨਾਸ਼ਕ, ਬਿਘਨਨ ਕੇ ਨਾਸ਼ਕ। ਹਰ ਗੋਬਿੰਦ ਸ਼ੁਭ ਸਮਤ ਪ੍ਰਕਾਸ਼ਕ। ਸ਼੍ਰੀ ਹਰਿ ਰਾਏ ਨਮੋ ਕਰ ਜੋਰੀ, ਨਮੋ ਕਰ ਜੋਰੀ। ਗੁਰੂ ਹਰਿ ਕ੍ਰਿਸ਼ਨ ਮਨਾਏ ਬਹੋਰੀ। ਤੇਗ ਬਹਾਦੁਰ ਪਰਮ ਕਿਰਪਾਲਾ, ਜੀ ਪਰਮ ਕਿਰਪਾਲਾ। ਸ਼੍ਰੀ ਗੁਰੂ ਗੋਬਿੰਦ ਸਿੰਘ ਬਿਸਾਲਾ। ਤਰੋਂ ਤਰਾ ਪਰ ਪੁੰਨ ਪੁੰਨ ਸ਼ੀਸ਼ਾ, ਪੁੰਨ ਪੁੰਨ ਸ਼ੀਸ਼ਾ। ਬੰਦੋਂ ਬਾਰ ਬਾਰ ਜਗਤੀਸ਼ਾ। ਜਿਸ ਮਹਿ ਅੰਮ੍ਰਿਤ ਗਿਆਨ ਹੈ, ਮਾਨਕ ਭਗਤ ਵੈਰਾਗ। ਸ਼੍ਰੀ ਗੁਰੂ ਗ੍ਰੰਥ ਸਾਹਿਬ ਉਦਦ, ਬੰਦੋਂ ਕਰ ਅਨੁਰਾਗ। ਸ਼੍ਰੀ ਗੁਰੂ ਸ਼ਬਦ ਕਮਾਏ ਜਿਨ, ਜੀਤੇ ਪੰਚ ਵਿਕਾਰ। ਤਿਨ ਸੰਤਨ ਕਉ ਬੰਦਨਾ, ਸਿਰ ਚਰਨਨ ਪਰ ਧਾਰ। ਏਕ ਓੰਕਾਰਾ ਸਤਿਗੁਰੂ, ਤਹ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ, ਵਿਘਨ ਵਿਨਾਸ਼ਨ ਸੋਏ। ਵਾਹਿਗੁਰੂ ਜੀ ਕੀ ਫਤਿਹ, ਵਿਘਨ ਵਿਨਾਸ਼ਨ ਸੋਏ। ਸਤਨਾਮ ਵਾਹਿਗੁਰੂ ਸਾਹਿਬ ਜੀ। ਦੋਹਰਾ। ਸ੍ਰੀ ਸਰਸਵਤੀ ਸਰਬਦਾ ਬਰਨ ਸਵੇਤ ਸੁਖ ਕੰਦ, ਤਰਲ ਆਂਗਰੀ ਬੀਨ ਸੋ ਬੰਦੋ ਦ્વੈ ਕਰ ਬੰਦ। ਸ੍ਰੀ ਸਰਸਵਤੀ ਸਰਬਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਪ੍ਰਤੱਖ ਸਤਿਗੁਰੂ, ਹਾਜ਼ਰਾ ਹਜ਼ੂਰ ਸਤਿਗੁਰੂ ਗਰੀਬ ਨਵਾਜ। ਕਲਯੁਗੀ ਜੀਵਾਂ ਦੇ ਤਾਰਨਹਾਰੇ, ਸਮੁੱਚੀ ਮਾਨਵਤਾ ਦੇ ਕਲਿਆਣਕਾਰੀ, ਬਾਣੀ ਕੇ ਬੋਹਿਤ ਸ਼ਬਦਾ ਅਵਤਾਰ ਸਤਿਗੁਰੂ ਜੀ। ਐਸੇ ਦੀਨ ਦਿਆਲ ਸਤਿਗੁਰਾਂ ਦੀ ਸਾਜੀ ਨਵਾਜੀ ਗੁਰੂ ਪਿਆਰੀ ਸਾਧ ਸੰਗਤ ਜੀ, ਸਤਿਗੁਰਾਂ ਦੀ ਪਾਰ ਬਖਸ਼ਿਸ਼ ਤਰਸ ਸਦਕਾ ਨਿਰੰਕਾਰ ਪਿਤਾ ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਦੀ ਅਮਰ ਕਥਾ ਚੱਲ ਰਹੀ ਹੈ। ਸ਼੍ਰੀ ਗੁਰੂ ਨਾਨਕ ਪ੍ਰਕਾਸ਼, ਜਿਸ ਦੇ ਕਰਤਾ ਮਹਾਕਵੀ ਕਵੀ ਰਾਜ ਭਾਈ ਸੰਤੋਖ ਸਿੰਘ ਜੀ ਹਨ। ਇਹ ਸਾਰੀ ਦੀ ਸਾਰੀ ਅਮਰ ਕਥਾ ਭਾਈ ਬਾਲਾ ਜੀ ਗੁਰੂ ਅੰਗਦ ਸਾਹਿਬ ਜੀ ਨੂੰ ਸੁਣਾ ਰਹੇ ਨੇ। ਮੁਖੀ ਸਿੱਖਾਂ ਦੇ ਆਪ ਜੀ ਨੇ ਆਰੰਭ ਵਿੱਚ ਨਾਮ ਸਰਵਣ ਕੀਤੇ ਸਨ। ਕਿਹੜੇ ਕਿਹੜੇ ਸਿੱਖ ਔਰ ਸੰਗਤਾਂ ਇਤਿਹਾਸ ਗੁਰੂ ਜੀ ਦੀ ਅਮਰ ਕਥਾ ਸਰਵਣ ਕਰ ਰਹੀਆਂ ਨੇ। ਸੋ ਆਪ ਜੀ ਨੇ ਪਿਛਲੇ ਪ੍ਰਸੰਗ ਅੰਦਰ ਸਰਵਣ ਕੀਤਾ ਸੀ, ਧੰਨ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਦੀਨ ਦੁਨੀਆ ਦੇ ਸੁਆਮੀ, ਗਰੀਬ ਨਵਾਜ਼ ਸਤਿਗੁਰੂ ਜੀ ਮੁੱਲਾਂ ਦਾ ਉਧਾਰ ਕਰਦੇ ਨੇ।
ਮੁੱਲਾਂ ਦਾ ਭਲਾ ਕਰਦੇ ਨੇ। ਸਤਿਗੁਰ ਸੱਚੇ ਪਾਤਸ਼ਾਹ ਜੀ ਨੂੰ ਜਦੋਂ ਮੁੱਲਾਂ ਸਵਾਲ ਕਰਦਾ ਹੈ ਕਿ ਮਹਾਰਾਜ ਜੀ ਤੁਸੀਂ ਚੁੱਪ ਕਰਕੇ ਪੈ ਰਹਿੰਦੇ ਹੋ, ਤਾਂ ਮਹਾਰਾਜ ਜੀ ਨੇ ਬੜੇ ਪਿਆਰ ਨਾਲ ਮੁੱਲਾਂ ਨੂੰ ਤਲੰਗ ਰਾਗ ਦੇ ਪਾਵਨ ਬਾਣੀ ਅੰਮ੍ਰਿਤਮਈ ਬਾਣੀ ਰਾਹੀਂ ਨਿਹਾਲ ਕੀਤਾ। ਜ਼ਾਕਰ ਗੁਫਤਮ ਪੇਸ ਤੋਂ ਦਰਗੋਸ ਕੁਨ ਕਰਤਾਰ ਹੱਕਾ ਕਬੀਰ ਕਰੀਮ ਤੋਂ ਬੇਅ ਪਰਵਦਗਾਰ ਦੁਨੀਆ ਮੁਕਾਮੇ ਫਾਨੀ ਤਹਿਕੀਕ ਦਿਲਦਾਨੀ ਮਮ ਸਰਮੂਏ ਇਜ਼ਰਾਇਲ ਗਿਰਫਤੇ ਦਿਲ ਹੇਚ ਨ ਦਾਨੀ। ਪਾਵਨ ਸਾਰਾ ਸ਼ਬਦ ਉਚਾਰ ਕੇ ਮਹਾਰਾਜ ਜੀ ਨੇ ਉਹਦੇ ਅਰਥ ਦੱਸੇ। ਮੌਲਵੀ ਗੁਰੂ ਜੀ ਦੇ ਬਚਨਾਂ ਰੂਪੀ ਸ਼ਸਤਰ ਨਾਲ ਘਾਇਲ ਹੋ ਗਿਆ, ਤਨ ਮਨ ਦੀ ਸੋਝੀ ਭੁੱਲ ਗਿਆ, ਉਸ ਦਾ ਹਿਰਦਾ ਬੜਾ ਡੂੰਘਾ ਵਿੰਨਿਆ ਗਿਆ। ਹਉਮੈ ਸਹਿਤ ਭਰਮ ਰੂਪੀ ਅੰਗ ਉਹਦੇ ਕੱਟੇ ਗਏ ਸਤਿਗੁਰੂ ਜੀ ਦੇ ਬਚਨ ਰੂਪੀ ਸ਼ਸਤਰ ਦੇ ਨਾਲ। ਇਸ ਜਗਤ ਨੂੰ ਦੁੱਖਾਂ ਦੀ ਖਾਣ ਸਮਝ ਕੇ ਗੁਰੂ ਜੀ ਨੇ, ਮੌਲਵੀ ਨੇ ਗੁਰੂ ਨਾਨਕ ਦੇਵ ਜੀ ਦੀ ਮਹਿਮਾ ਪਹਿਚਾਣ ਲਈ। ਦੋਵੇਂ ਹੱਥ ਜੋੜ ਕੇ ਸਤਿਗੁਰਾਂ ਨੂੰ ਬੇਨਤੀ ਕੀਤੀ, ਮੈਂ ਅਗਿਆਨੀ ਤੇ ਨਾਸ਼ ਹੋਣ ਵਾਲਾ ਤੁਹਾਡੀ ਕੀ ਮਹਿਮਾ ਕਰ ਸਕਦਾ ਹਾਂ। ਤੁਸੀਂ ਪੂਰਨ ਪੁਰਖ ਤੇ ਹਰੀ ਦਾ ਰੂਪ ਹੋ। ਹੇ ਸ੍ਰੇਸ਼ਟ ਬੁੱਧੀ ਵਾਲੇ, ਤੁਸੀਂ ਸੰਸਾਰਕ ਜੀਵਾਂ ਦਾ ਉਧਾਰ ਕਰਦੇ ਹੋ। ਹੇ ਕਵਲ ਜੇ ਮੁਖੜੇ ਵਾਲੇ ਸਤਿਗੁਰੂ ਜੀ, ਜਿਸ ਤਰ੍ਹਾਂ ਤੁਹਾਡੇ ਦਿਲ ਵਿੱਚ ਆਉਂਦੀ ਹੈ ਤੁਸੀਂ ਉਸੇ ਤਰ੍ਹਾਂ ਕਰਦੇ ਰਹੋ। ਤੁਹਾਡੇ ਕੀਤੇ ਨੂੰ ਕੋਈ ਖੰਡਨ ਕਰਨ ਵਾਲਾ ਨਹੀਂ। ਸਤਿਗੁਰੂ ਜੀ, ਜੋ ਤੁਸੀਂ ਮੈਨੂੰ ਉਪਦੇਸ਼ ਕੀਤਾ ਮੈਂ ਸੁਣਿਆ। ਹੁਣ ਮੈਂ ਦੁਨੀਆ ਦੇ ਸਾਰੇ ਕਲੇਸ਼ ਛੱਡ ਕੇ ਵਾਹਿਗੁਰੂ ਪਰਿਪੂਰਨ ਪਰਮਾਤਮਾ ਪ੍ਰਭੂ ਦਾ ਨਾਮ ਜਪਾਂਗਾ। ਇਸ ਤਰ੍ਹਾਂ ਮੌਲਵੀ ਕਹਿ ਕੇ ਆਪਣੇ ਘਰ ਨੂੰ ਚਲਾ ਗਿਆ। ਉਸਨੇ ਹੋਰ ਕੋਈ ਗੱਲ ਨਾ ਕੀਤੀ। ਪਰਮਾਤਮਾ ਨਾਲ ਉਸਦੀ ਐਸੀ ਪ੍ਰੀਤ ਜਾਗੀ ਤੇ ਸਾਰੇ ਵਿਸ਼ੇ ਵਿਕਾਰ ਛੱਡ ਕੇ ਇੱਕ ਪ੍ਰਭੂ ਨਾਲ ਹੀ ਲਿਵ ਲਾ ਲਈ। ਜਦ ਤੱਕ ਮੌਲਵੀ ਮੁੱਲਾ ਜਿਉਂਦਾ ਰਿਹਾ, ਪ੍ਰਭੂ ਦਾ ਨਾਮ ਜਪਦਾ ਰਿਹਾ, ਮਰਨ ਪਿੱਛੋਂ ਸਿੱਧਾ ਪ੍ਰਭੂ ਦੇ ਘਰ ਵਿੱਚ ਚਲਾ ਗਿਆ। ਆਓ ਹੁਣ ਨਵਾਂ ਅਧਿਆਇ ਆਰੰਭ ਹੁੰਦਾ ਹੈ ਸ੍ਰੀ ਗੁਰੂ ਨਾਨਕ ਪ੍ਰਕਾਸ਼ ਪੂਰਬਾਰਧ ਦਾ। ਤਾਂ ਇਸ ਪ੍ਰਸੰਗ ਦੇ ਵਿੱਚ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੂੰ ਜੰਝੂ ਪਾਉਣ ਦੀ ਰਸਮ ਜਿਹੜੀ ਸੀ ਉਹ ਪੂਰੀ ਕਰਨ ਵਾਸਤੇ ਸਾਰਾ ਕੁਣਬਾ ਸੱਦਿਆ ਹੋਇਆ ਹੈ। ਕਿਵੇਂ ਕਿਵੇਂ ਪੰਡਤ ਹਰਦਿਆਲ ਜੁਗੂ ਪਵੀਤ ਦੇ ਧਾਰਨੀ ਕਰਨ ਵਾਸਤੇ ਗੁਰੂ ਨਾਨਕ ਦੇਵ ਜੀ ਨੂੰ ਪ੍ਰੇਰਨਾ ਕਰਦੇ ਨੇ। ਕਿਵੇਂ ਮਹਾਰਾਜ ਸੱਚੇ ਪਾਤਸ਼ਾਹ ਜੰਝੂ ਪਾਉਣ ਤੋਂ ਇਨਕਾਰ ਕਰਕੇ ਅਸਲ ਜੰਝੂ ਪਾਉਣ ਦੀ ਸਤਿਗੁਰੂ ਜੀ ਹਦਾਇਤ ਕਰਦੇ ਨੇ। ਪਿਆਰ ਸਤਿਕਾਰ ਸਹਿਤ ਮਨੋਬਿਰਤੀਆਂ ਇਕਾਗਰ ਕਰੋ। ਸਾਰੇ ਆਖੋ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਸ੍ਰੀ ਸਰਸਵਤੀ ਸਰਬਦਾ ਬਰਨ ਸਵੇਤ ਸੁਖ ਕੰਦ। ਇਥੇ ਕਵੀ ਮੰਗਲਾਚਰਨ ਕਰਦੇ ਨੇ ਭਾਈ ਸੰਤੋਖ ਸਿੰਘ ਜੀ। ਅਕਾਲ ਪੁਰਖ ਵਾਹਿਗੁਰੂ ਰੂਪੀ ਸ਼ਾਰਦਾ, ਜਿਸ ਦਾ ਰੰਗ ਚਿੱਟਾ ਹੈ, ਉਸ ਦਾ ਦਰਸ਼ਨ ਸੁੱਖਾਂ ਦਾ ਮੂਲ ਹੈ। ਤਰਲ ਆਂਗਰੀ ਬੀਨ ਸੋ ਬੰਦੋ ਦਇਕਰ ਬੰਦ। ਗੁਰੂ ਕੀਰਤੀ ਵਿਖੇ ਜਿਸ ਦੀਆਂ ਉਂਗਲੀਆਂ ਵੀਣਾ ਵਜਾਉਣ ਵਿੱਚ ਚੰਚਲ ਹੋ ਰਹੀਆਂ ਨੇ, ਤਰਲ ਆਂਗਰੀ ਉਸ ਸ਼੍ਰੀ ਸ਼ਾਰਦਾ ਨੂੰ ਮੈਂ ਦੋਵੇਂ ਹੱਥ ਜੋੜ ਕੇ, ਵਾਹਿਗੁਰੂ ਪਰਮਾਤਮਾ ਦੀ ਸ਼ਕਤੀ ਰੂਪੀ ਸ਼ਾਰਦਾ ਨੂੰ ਮੈਂ ਦੋਵੇਂ ਹੱਥ ਜੋੜ ਕੇ ਨਮਸਕਾਰ ਕਰਦਾ ਹਾਂ। ਸ੍ਰੀ ਬਾਲਾ ਸੁੰਦਰ ਵਾਚ ਚੌਪਈ ਕਾਲੂ ਬਹਿਰੋ ਕੀਨ ਵਿਚਾਰਾ। ਭਾਈ ਬਾਲਾ ਜੀ ਕਹਿੰਦੇ ਸੱਚੇ ਪਾਤਸ਼ਾਹ ਮਹਿਤਾ ਕਾਲੂ ਜੀ ਨੇ ਫਿਰ ਵਿਚਾਰ ਕੀਤੀ। ਜਗ ਪਵੀਤ ਦੀਨ ਹਿਤ ਧਾਰਾ। ਜਗੋ ਪਵੀਤ ਦੇ ਧਾਰਨੀ ਬਣਾਉਣ ਵਾਸਤੇ ਜੰਝੂ ਪਹਿਨਾਉਣ ਦਾ ਮਨ ਬਣਾਇਆ ਮਹਿਤਾ ਕਾਲੂ ਜੀ ਨੇ, ਜੋ ਬੇਦੀ ਕੁਲ ਦੀ ਰੀਤ ਸੀ, ਜੋ ਸਨਾਤਨ ਧਰਮ ਦੀ ਮਰਜ਼ਾਦਾ ਹੈ। ਰੋਹਿਤ ਜੋ ਤਿਹ ਕੋ ਹਰਦਿਆਲਾ। ਜਿਹੜਾ ਉੱਥੇ ਹਰਦਿਆਲ ਨਾਮੀ ਪੰਡਤ ਰਹਿੰਦਾ ਸੀ, ਸੋ ਬੁਲਾਇ ਲੀਨੋ ਤਤਕਾਲਾ। ਆਪਣੇ ਘਰ ਤੁਰੰਤ ਬੁਲਾ ਲਿਆ ਮਹਿਤਾ ਕਾਲੂ ਜੀ ਨੇ। ਇਹ ਪੰਡਤ ਹਰਦਿਆਲ ਹੈ ਜਿਸ ਨੇ ਗੁਰੂ ਨਾਨਕ ਦੇਵ ਜੀ ਦਾ ਨਾਮਕਰਨ ਕੀਤਾ ਸੀ।
ਇਸ ਪੰਡਤ ਹਰਦਿਆਲ ਨੂੰ ਫਿਰ ਘਰ ਵਿੱਚ ਬੁਲਾਇਆ ਗਿਆ। ਉਰ ਅਬਲਾਖਾ ਸਗਲ ਸੁਨਾਈ, ਆਪਣੇ ਹਿਰਦੇ ਦੀ ਸਾਰੀ ਖਾਸ਼ ਸਾਰਿਆਂ ਨੂੰ ਦੱਸੀ। ਛਤਰੀ ਰੀਤ ਕਰੋ ਦਵਿਜਰਾਈ, ਹੇ ਬ੍ਰਾਹਮਣਾਂ ਦੇ ਰਾਜੇ, ਹੇ ਬ੍ਰਾਹਮਣਾਂ ਦੇ ਦਵਿਜ, ਬ੍ਰਾਹਮਣਾਂ ਦੇ ਰਾਜੇ, ਛਤਰੀ ਰੀਤ ਕਰੋ। ਕਿਹੜੀ ਛਤਰੀ ਰੀਤ ਹੈ? ਸੁਨ ਕਰ ਬਚ ਅਸ ਦਵਿਜ ਹਰਦਿਆਲੂ, ਫਿਰ ਪੰਡਤ ਹਰਦਿਆਲ ਨੇ ਕਿਹਾ, ਕਹਿ ਸੋਜ ਸਭ ਆਨ ਬਸਾਲੂ, ਸੌਜ, ਸੌਜ ਦੇ ਅਰਥ ਨੇ ਸਾਰੀ ਸਮਗਰੀ ਝੱਟ ਮੰਗਵਾ ਲਵੋ। ਸੋ ਬਾਸਰ ਸੋ ਦੀਨ ਬਤਾਈ, ਮਹਿਤਾ ਕਾਲੂ ਜੀ ਨੂੰ ਉਸਨੇ ਸ਼ੁਭ ਦਿਨ ਦੱਸ ਦਿੱਤਾ ਕਿ ਆਹ ਸ਼ੁਭ ਦਿਨ ਹੈ। ਇਹ ਜੁਗੂ ਪਵਿੱਤ ਦਾ ਧਾਰਨੀ ਕਰਨ ਵਾਸਤੇ, ਜਨੇਊ ਪਹਿਨਾਉਣ ਵਾਸਤੇ। ਹਾਂਜੀ, ਕਰ ਆਰੰਭ ਜੋ ਅਦਕ ਵਡਾਈ, ਉਸ ਦਿਨ ਕਾਰਜ ਆਰੰਭ ਕਰਕੇ ਅਧਿਕ ਵਡਿਆਈ ਪ੍ਰਾਪਤ ਕਰੋ। ਦਿਜ ਬਰਤੇ ਸੁਨ ਕਰ ਤਬ ਕਾਲੂ, ਪੰਡਤ ਦੀ ਗੱਲ ਸੁਣ ਕੇ ਮਹਿਤਾ ਕਾਲੂ ਜੀ ਸਭ ਸੰਭਾਰਨ ਆਨ ਉਤਾਲੂ, ਸਾਰੀ ਸੌਜ ਸਮਗਰੀ ਮੰਗਾ ਲਈ। ਮਹਿਤਾ ਕਾਲੂ ਜੀ ਨੇ ਭੋਜਨ ਹੇਤ ਅਨ ਇਕਠਾਏ, ਮਹਿਤਾ ਕਾਲੂ ਜੀ ਨੇ ਸਾਰੀ ਸਮਗਰੀ ਮੰਗਾ ਲਈ। ਛੇਤੀ ਤੇ ਭੋਜਨ ਵਾਸਤੇ ਅੰਨ ਇਕੱਠਾ ਕਰਨਾ ਸ਼ੁਰੂ ਕਰ ਦਿੱਤਾ। ਅਮਖ ਕਾਰਨ ਸ਼ਾਂਗ ਮੰਗਾਏ, ਅਮਿਖ ਕਾਰਨ, ਅਮਿਖ ਭਾਵ ਮਾਸ ਪਕਾਉਣ ਵਾਸਤੇ ਬੱਕਰਾ ਮੰਗਾਇਆ ਗਿਆ, ਜੋ ਬੇਦੀ ਕੁਲ ਦੀ ਰੀਸ ਸੀ, ਛਤਰੀਆਂ ਦਾ ਜਿਹੜਾ ਧਰਮ ਸੀ। ਮਾਸ ਪਕਾਉਣ ਵਾਸਤੇ ਬੱਕਰਾ ਵੀ ਮੰਗਾਇਆ ਗਿਆ। ਜੋ ਛਤਰੀ ਕਾਲੂ ਕੇ ਗਿਆਤੀ, ਜਿਹੜੇ ਛਤਰੀ ਮਹਿਤਾ ਕਾਲੂ ਦੇ ਸੰਬੰਧੀ ਸਨ, ਸਭਨ ਅਮੰਤੂ ਦੀਨੋ ਖਿਆਤੇ, ਉਹਨਾਂ ਨੂੰ ਆਮੰਤਰਣ ਭੇਜਿਆ ਗਿਆ, ਸੱਦਾ ਭੇਜਿਆ ਗਿਆ ਪ੍ਰਗਟ ਰੂਪ ਵਿੱਚ। ਔਰ ਜੇ ਨਗਰ ਬਿਪਰ ਬਰ ਰਹੇ, ਨਗਰ ਵਿੱਚ ਜਿਹੜੇ ਹੋਰ ਬ੍ਰਾਹਮਣ ਰਹਿੰਦੇ ਸਨ, ਬੇਦਨ ਬੇਦ ਕੇ ਬੇਤਾ ਹੈ, ਜਿਹੜੇ ਵੇਦਾਂ ਦੇ ਵਿਧਾਨ ਵਿੱਚ ਨਿਪੁੰਨ ਸਨ। ਹਾਂਜੀ, ਅਮੰਤੂ ਸਭਨ ਪੁਕਾਰੇ, ਉਹਨਾਂ ਨੂੰ ਹੀ ਆਮੰਤਰਣ ਭੇਜਿਆ ਗਿਆ, ਸਾਰਿਆਂ ਨੂੰ ਸੱਦਾ ਭੇਜਿਆ ਗਿਆ। ਆਏ ਕਾਲੂ ਧਾਮ ਮੁਜਾਰੇ, ਉਹ ਸਾਰੇ ਛੇਤੀ ਨਾਲ ਮਹਿਤਾ ਕਾਲੂ ਜੀ ਦੇ ਘਰ ਪਹੁੰਚ ਗਏ। ਪਿਆਰ ਨਾਲ ਆਖੋ ਸਤਨਾਮ ਸ੍ਰੀ ਵਾਹਿਗੁਰੂ। ਛੇਤੀ ਨਾਲ ਪਹੁੰਚ ਗਏ ਮਹਿਤਾ ਕਾਲੂ ਜੀ ਦੇ ਘਰ। ਪਈ ਗੋਮੈ ਸੋ ਲੇਪਨ ਛਿਤ ਕਰਕੇ, ਗੋਹੇ, ਗਾਂ ਦੇ ਗੋਹੇ ਦਾ ਪੋਚਾ ਫੇਰਿਆ ਗਿਆ। ਜਿੱਥੇ ਗੁਰੂ ਨਾਨਕ ਸਾਹਿਬ ਜੀ ਨੂੰ ਜਨੇਊ ਪਾਉਣ ਦੀ ਮਰਜ਼ਾਦਾ ਪੂਰੀ ਕੀਤੀ ਜਾਣੀ ਸੀ, ਉਸ ਜਗ੍ਹਾ ਤੇ ਗਾਂ ਦੇ ਗੋਹੇ ਦਾ ਪੋਚਾ ਫੇਰਿਆ ਗਿਆ। ਹਾਂਜੀ, ਪੂਰ ਚੌਂਕ ਹਰਖ ਉਰ ਧਰ ਕੇ, ਫਿਰ ਚੌਂਕਾ ਪੂਰਿਆ ਗਿਆ, ਪ੍ਰਸੰਨਤਾ ਧਾਰ ਕੇ ਚੌਂਕਾ ਪੂਰਿਆ ਗਿਆ। ਹਾਂਜੀ, ਸ੍ਰੀ ਨਾਨਕ ਜੀ ਪੁਨ ਬੁਲਵਾਏ, ਫਿਰ ਧੰਨ ਗੁਰੂ ਨਾਨਕ ਦੇਵ ਪਾਤਸ਼ਾਹ ਨਿਰੰਕਾਰ ਪਿਤਾ ਕੋਟ ਬ੍ਰਹਮੰਡ ਕੋ ਠਾਕਰ ਸੁਆਮੀ, ਸਰਬ ਜੀਆਂ ਕਾ ਦਾਤਾਰੇ, ਪ੍ਰਤਪਾਲੇ ਨਿਤਸਾਰ ਸੰਭਾਲੇ, ਇਕ ਗੁਣ ਨਹੀਂ ਮੂਰਖ ਜਾਤਾ ਰੇ। ਇਕ ਮਨ ਪੁਰਖ ਧਿਆਏ ਬਰਦਾਤਾ, ਸੰਤ ਸਹਾਰ ਸਦਾ ਬਖਿਆਤਾ, ਤਾਸ ਚਰਨ ਲੈ ਹਿਰਦੈ ਬਸਾਵੋ, ਤੋ ਪਰਮ ਗੁਰੂ ਨਾਨਕ ਗੁਣ ਗਾਵੋ। ਪਰਮ ਗੁਰੂ ਧੰਨ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਨੂੰ ਬੁਲਾਇਆ ਗਿਆ ਛੇਤੀ ਨਾਲ। ਹਾਂਜੀ, ਦਵਿਜ ਬਾਹਜ ਕੇ ਬੀਚ ਬਸਾਏ, ਸਾਰੇ ਬ੍ਰਾਹਮਣਾਂ ਤੇ ਖੱਤਰੀਆਂ ਦੇ ਵਿਚਕਾਰ ਬਿਠਾਇਆ ਗਿਆ ਸੱਚੇ ਪਾਤਸ਼ਾਹ ਜੀ ਨੂੰ। ਜੋ ਉਡਗਨ ਕੀ ਸਭਾ ਮਝਾਰਾ, ਬੜਾ ਸੋਹਣਾ ਅਲੰਕਾਰ ਕਵੀ ਸੰਤੋਖ ਸਿੰਘ ਜੀ, ਭਾਈ ਸੰਤੋਖ ਸਿੰਘ ਜੀ, ਮਹਾਕਵੀ ਸੰਤੋਖ ਸਿੰਘ ਜੀ, ਕਵੀ ਰਾਜ ਭਾਈ ਸੰਤੋਖ ਸਿੰਘ ਜੀ ਬੜਾ ਸੁੰਦਰ ਅਲੰਕਾਰ ਬਖਸ਼ਦੇ ਨੇ। ਕਹਿੰਦੇ ਗੁਰੂ ਨਾਨਕ ਸਾਹਿਬ ਪਾਤਸ਼ਾਹ ਖੱਤਰੀਆਂ ਤੇ ਬ੍ਰਾਹਮਣਾਂ ਦੀ ਸਭਾ ਵਿੱਚ ਇੰਜ ਬੈਠੇ ਸਨ ਜਿਵੇਂ ਤਾਰਿਆਂ ਦੇ ਵਿੱਚ ਚੰਦਰਮਾ ਸੁਭਾ ਪਾ ਰਿਹਾ ਹੋਵੇ, ਜਿਵੇਂ ਪੂਰਨਮਾਸ਼ੀ ਦਾ ਚੰਦਰਮਾ ਚਮਕ ਰਿਹਾ ਹੋਵੇ। ਜਾਵੇ ਪੂਰਨ ਇੰਦੂ ਉਦਾਰਾ, ਜਿਉ ਉਡਗਨ ਕੀ ਸਭਾ ਮਝਾਰਾ। ਉਡਗਨ ਦੇ ਅਰਥ ਨੇ ਤਾਰਿਆਂ ਦੀ ਸਭਾ। ਜਾਵੇ ਪੂਰਨ ਇੰਦ ਉਦਾਰਾ, ਜਿਵੇਂ ਪੂਰਨਮਾਸ਼ੀ ਦਾ ਚੰਦਰਮਾ ਚਮਕ ਰਿਹਾ ਹੋਵੇ। ਹਾਂਜੀ, ਬੱਬਾ ਸੰਜੋਤ ਤਿਉ ਤਿਉ ਤਹਿ ਜਾਏ, ਇਸ ਤਰ੍ਹਾਂ ਹੀ ਸੁੱਖਾਂ ਦੇ ਦਾਤੇ ਗੁਰੂ ਨਾਨਕ ਦੇਵ ਜੀ ਖੱਤਰੀਆਂ ਤੇ ਬ੍ਰਾਹਮਣਾਂ ਦੀ ਸਭਾ ਵਿੱਚ ਵੈਸੇ ਬੀਜ ਸਭਾ ਸੁਖਦਾਈ, ਬੈਠੇ ਹੋਏ ਸੁੱਖਾਂ ਦੇ ਦਾਤੇ ਸ਼ੋਭਾ ਪਾ ਰਹੇ ਸਨ। ਛਤਰਨ ਰੀਤ ਜੁਹਤੀ ਪੁਰਾਤਨ, ਖੱਤਰੀਆਂ ਦੀ ਜਿਹੜੀ ਪੁਰਾਣੀ ਰੀਤ ਸੀ, ਪੁਰਾਤਨ ਰੀਤ ਚੱਲੀ ਆਉਂਦੀ ਸੀ, ਉਹ ਕੀਨੀ ਦਜਵਰ ਸਭ ਭਾਤਨ, ਪੰਡਤ ਨੇ ਸਭ ਭਾਂਤੀ ਉਸ ਤਰ੍ਹਾਂ ਹੀ ਕੀਤਾ। ਕੁਲ ਆਚਾਰ ਸਿਖਾਵਨ ਲਾਗਾ, ਛਤਰੀ ਕੁਲ ਦੇ ਆਚਰਣਾਂ ਦੀ ਸਿੱਖਿਆ ਦੇ ਕੇ ਕੁਲ ਪਾਵਨ ਜੰਜੂ ਅਨਰਾਗਾ, ਫਿਰ ਗੁਰੂ ਨਾਨਕ ਦੇਵ ਜੀ ਦੇ ਗਲ ਵਿੱਚ ਜਨੇਊ ਪਾਉਣ ਲੱਗਾ ਬ੍ਰਾਹਮਣ। ਜਗਤ ਵਿਮੋਚਨ ਲੋਚਨ ਚਾਰੂ, ਜਗਤ ਦੇ ਦੁੱਖਾਂ ਨੂੰ ਦੂਰ ਕਰਨ ਵਾਲੇ, ਮੁਕਤੀ ਦੇ ਦਾਤੇ, ਚਿਤਵਨ ਕੀਨੀ ਮੋਖ ਉਦਾਰੂ।
ਵੇਖੋ ਕੈਸਾ ਲੰਗ ਜਗਤ ਵਿਮੋਚਨ ਲੋਚਨ ਚਾਰੂ, ਸੋਹਣੇ ਨੇਤਰਾਂ ਵਾਲੇ। ਚਾਰੂ ਦੇ ਅਰਥ ਨੇ ਸੁੰਦਰ, ਲੋਚਨ ਦੇ ਅਰਥ ਨੇ ਨੇਤਰ। ਵਿਮੋਚਨ ਜਗਤ ਵਿਮੋਚਨ, ਜਗਤ ਨੂੰ ਮੁਕਤੀ ਦੇਣ ਵਾਲੇ। ਆਖੋ ਪਿਆਰ ਨਾਲ ਸਤਨਾਮ ਸ੍ਰੀ ਵਾਹਿਗੁਰੂ। ਜਗਤ ਦੇ ਦੁੱਖਾਂ ਨੂੰ ਦੂਰ ਕਰਨ ਵਾਲੇ, ਮੁਕਤੀ ਦੇ ਦਾਤੇ। ਆਪਣੇ ਸੋਹਣੇ ਨੇਤਰਾਂ ਨਾਲ ਤੱਕਿਆ ਤੇ ਪੁੱਛਿਆ, ਬੂਝਤ ਭੇ। ਬੂਝਤ ਭੇ ਵਿੱਚ ਮੋਹਿ ਸੁਨਵਾਓ। ਕੀ ਪੁੱਛਿਆ? ਹੈ ਪੰਡਤ ਜੀ ਇਹ ਦੱਸੋ, ਕਿਸ ਕਾਰਨ ਤੇ ਜੰਨੂ ਪਾਵੋ। ਇਹ ਕਾਰਨ ਦੱਸੋ ਕਿ ਮੈਨੂੰ ਕਿਹੜੇ ਕਾਰਨ ਜੰਨੂ ਪਹਿਨਾਇਆ ਜਾ ਰਿਹਾ ਹੈ। ਹਾਂਜੀ, ਕੌਣ ਅਦਿਕਤਾ ਜਾਂ ਕੇ ਪਾਏ। ਕਿਸ ਜਿਆਸਤੀ ਕਰਕੇ ਮੇਰੇ ਗਲ ਵਿੱਚ ਪਾਇਆ ਜਾ ਰਿਹਾ ਹੈ? ਕਿਉਂ ਮੇਰੇ ਨਾਲ ਧੱਕਾ ਕਰ ਰਹੇ ਕਿਸ ਹੋ? ਪਦਵੀ ਇਹੋ ਦੀਤ ਪਚਾਏ। ਫਿਰ ਇਹ ਦੱਸੋ ਕਿ ਜਿਹੜਾ ਜੰਨੂ ਤੁਸੀਂ ਮੈਨੂੰ ਪਾਉਣ ਲੱਗੇ ਹੋ, ਮਨੁੱਖ ਨੂੰ ਕਿਸ ਪਦਵੀ ਤੇ ਪਹੁੰਚਾ ਦਿੰਦਾ ਹੈ, ਕਿਸ ਅਹੁਦੇ ਤੇ ਪਹੁੰਚਾਉਂਦਾ ਹੈ? ਪਹਿਰੇ ਬਿਨਾ ਨੂਨ ਤਾਜੋ। ਪਹਿਨਣ ਤੋਂ ਬਗੈਰ ਕੀ ਘਟ ਜਾਵੇਗਾ ਤੇ ਪਾਉਣ ਨਾਲ ਮੈਂ ਕਿਹੜੀ ਪਦਵੀ ਪ੍ਰਾਪਤ ਕਰ ਲਵਾਂਗਾ, ਇਹ ਵੀ ਦੱਸੋ। ਪਹਿਨਣ ਨਾ ਪਹਿਨਾਂ ਤੇ ਮੇਰਾ ਕੀ ਘਟੂਗਾ, ਤੇ ਪਹਿਨ ਲਵਾਂਗਾ ਤਾਂ ਕਿਹੜੀ ਪਦਵੀ ਪ੍ਰਾਪਤ ਕਰਾਂਗਾ। ਪੌਣੇ ਕੁ 9 ਸਾਲ ਦੀ ਉਮਰ ਸੀ ਮੇਰੇ ਪਾਤਸ਼ਾਹ ਦੀ, ਧੰਨ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਦੀ। ਬਾਲ ਚੋਜ ਕਰ ਰਹੇ ਨੇ, ਮੁਕਤੀ ਦੇ ਦਾਤੇ। ਦੱਸੋ ਕੀ ਘਟ ਜਾਵੇਗਾ? ਪਰ ਮੁਝੇ ਸਮਾਜ ਸਮਝਾਵੇ। ਇਹ ਪੰਡਤ ਮੈਨੂੰ ਇਸ ਤਰ੍ਹਾਂ ਸਮਝਾਓ, ਇਸ ਬਾਰੇ ਸਮਝਾਉਣਾ ਕਰੋ। ਸੁਨ ਹਰਦਿਆਲ ਚੌਂਪ ਚਿਤ ਚਮਕੇ। ਗੁਰੂ ਜੀ ਦੇ ਬਚਨ ਸੁਣ ਕੇ ਪੰਡਤ ਹਰਦਿਆਲ ਹੈਰਾਨ ਪਰੇਸ਼ਾਨ ਹੋ ਗਿਆ। ਹਾਂਜੀ, ਇੱਛਾ ਕਰਤ ਮੋਹ ਭ੍ਰਮ ਚ ਕਮਕੇ। ਭਰਮ ਨਿਵਰਤ ਕਰਨ ਵਾਸਤੇ ਉਸਨੇ ਇੱਛਾ ਕੀਤੀ। ਸੱਚੇ ਪਾਤਸ਼ਾਹ ਵਾਸ ਸੁਨਨ ਉਪਦੇਸ਼ੋ। ਪ੍ਰਾਚੀਨ ਕਾਲ ਤੋਂ ਹੀ ਉਪਦੇਸ਼ ਸੁਣਨ ਵਿੱਚ ਆਇਆ ਹੈ। ਬਣੀ ਸੁਬੇਦਾ ਮਿਟੇ ਕਲੇਸ਼ੋ। ਜਿਹੜੀ ਵਿਧੀ ਚਲੀ ਆਉਂਦੀ ਹੈ ਉਸ ਬਾਰੇ ਬੜੇ ਕਲੇਸ਼ ਨਾਲ ਮਿਟ ਸਕਦੀ ਹੈ। ਜਾਣਤ ਜੌਨ ਮਹਾਤਮ ਗੁਰ ਕੋ। ਗੁਰੂ ਜੀ ਨੂੰ ਇਹ ਦੱਸਣ ਵਾਸਤੇ ਕਿ ਇਸ ਦਾ ਕੀ ਮਹੱਤਮ ਹੈ। ਬੋਲਿਓ ਤਦਬ ਹਰਨ ਤਮ ਉਰ ਕੋ। ਹਿਰਦੇ ਦੇ ਹਨੇਰੇ ਨੂੰ ਦੂਰ ਕਰਨ ਵਾਸਤੇ ਪੰਡਤ ਬੋਲਿਆ। ਤੇਜ ਛਤਰੀ ਕੋ ਧਰਮ ਜੋਤੀ ਧਰੇ। ਜਿਹੜੇ ਬ੍ਰਾਹਮਣ ਖੱਤਰੀ ਦਾ ਧਰਮ ਧਾਰਨ ਕਰਦੇ ਹਨ, ਜਗ ਪਵੀਤ ਸੋ ਪਾਵਨ ਕਰੇ। ਜੰਨੂ ਪਾਉਣ ਨਾਲੋਂ ਪਵਿੱਤਰ ਹੋ ਜਾਂਦੇ ਹਨ। ਹਾਂਜੀ, ਜਾਵਦ ਰੀਤ ਨਾ ਆਸ ਅਨਸਾਰੇ। ਜਦ ਤੱਕ ਉਹ ਇਸ ਰੀਤ ਦੇ ਅਨੁਸਾਰ ਨਹੀਂ ਹੁੰਦੇ, ਭਾਵ ਰੀਤ ਨਹੀਂ ਅਪਣਾਉਂਦੇ, ਤਾਵਦ ਨੇ ਚੌਕੇ ਅਧਿਕਾਰੀ। ਤਦ ਤੱਕ ਚੌਂਕੇ ਦੇ ਅਧਿਕਾਰੀ ਨਹੀਂ ਹੁੰਦੇ। ਵਿਜ ਬਾਜ ਕੋ ਇਸ ਬਿਨ ਧਰਮਾ। ਬ੍ਰਾਹਮਣ ਖੱਤਰੀ ਇਸ ਦੇ ਬਗੈਰ ਧਰਮਹੀਣ ਹੋ ਜਾਂਦੇ ਹਨ। ਰਹਿਤ ਨਹੀਂ ਬੂਝੇ ਮਰਮਾ। ਤੁਸੀਂ ਇਸ ਭੇਦ ਨੂੰ ਸਮਝਣਾ ਕਰੋ। ਹਾਂਜੀ, ਚੌਪਈ ਬੇਦਨ ਬੇਦ ਸੋ ਜਗ ਪਰ ਪਾਵੈ। ਵੇਦਾਂ ਦੀ ਵਿਧੀ ਅਨੁਸਾਰ ਜੰਨੂ ਪਾ ਕੇ ਵਿਜ ਬਾਜ ਨਿਜ ਧਰਮ ਹੈ ਆਵੈ। ਖੱਤਰੀ ਬ੍ਰਾਹਮਣ ਆਪਣੇ ਨਿੱਜੀ ਧਰਮ ਵਿੱਚ ਆਉਂਦੇ ਨੇ। ਆਖਿਆ ਵੇਦਾਂ ਦੀ ਵਿਧੀ ਦੇ ਅਨੁਸਾਰ ਜੰਨੂ ਪਾ ਕੇ ਖੱਤਰੀ ਤੇ ਜਿਹੜੇ ਬ੍ਰਾਹਮਣ ਨੇ ਉਹ ਆਪਣੇ ਨਿੱਜੀ ਧਰਮ ਵਿੱਚ ਆਉਂਦੇ ਹਨ। ਸੁਣ ਪ੍ਰੋਦਾ ਅੱਗੇ ਬਚਨ ਕਿਰਪਾਲਾ। ਜਦੋਂ ਸਤਿਗੁਰੂ ਨੇ ਪਾਂਧੇ ਦੇ ਬਚਨ ਸੁਣੇ ਨਾ, ਕਿਰਪਾਲੂ ਸਤਿਗੁਰੂ ਗੁਰੂ ਨਾਨਕ ਦੇਵ ਜੀ ਨੇ, ਹਾਂਜੀ, ਕਮਲ ਬਦਨ ਕਹਿ ਗਿਰਾ ਰਸਾਲਾ। ਕਮਲ ਦੇ ਸਰੀਰ ਵਾਲੇ ਨੇ ਆਪਣੇ ਰਸੀਲੇ ਗਲੇ ਵਿੱਚੋਂ ਸ਼ਬਦ ਪ੍ਰਕਾਸ਼ ਕੀਤੇ। ਵਿਜ ਬਾਜ ਕੋ ਧਰਮ ਜੋ ਆਹੇ। ਬ੍ਰਾਹਮਣ ਖੱਤਰੀ ਦਾ ਧਰਮ ਹੈ, ਇਸ ਕਰਕੇ ਧਰਮੇ ਪਾਏ ਸੂਤ ਰਹਾਈ। ਉਹ ਆਪਣੇ ਗਲ ਵਿੱਚ ਸੂਤ ਪਾ ਕੇ ਰੱਖਦੇ ਹਨ। ਇਹ ਬ੍ਰਾਹਮਣ ਖੱਤਰੀ ਦਾ ਧਰਮ ਹੈ। ਹਾਂਜੀ, ਕਿਦੋਂ ਸਕਰਮ ਕਰੇ ਤੇ ਰਹੇ। ਪਰ ਚੰਗੇ ਕਰਮ ਕਰਨ ਦਇਆ ਆਦ, ਹਾਂਜੀ, ਦਇਆ ਆਦ ਜੇ ਸੋਭ ਨਿਰਬਹੀ। ਚੰਗੀ ਤਰ੍ਹਾਂ ਨਿਰਵਾਹ ਕਰਨ ਤਦ ਹੀ ਸੂਤ ਪਾਉਣਾ ਉਚਿਤ ਹੈ। ਜੇ ਚੰਗੇ ਕਰਮ ਕਰਨ ਦਇਆ ਆਦਿਕ, ਹਾਂਜੀ, ਪਾਏ ਸੂਤ ਕਰ ਕਰਤਕ ਕਰਮਾ। ਸੂਤ ਪਾ ਕੇ, ਸਤਿਗੁਰੂ ਜੀ ਕਹਿੰਦੇ ਪਰ ਸੂਤ ਪਾ ਕੇ ਗਲ ਵਿੱਚ ਭੈੜੇ ਕੰਮ ਕਰਦਾ ਹੈ। ਤਨ ਹਿਤ ਹਿੰਸਾ ਧਰੋਇਆ ਧਰਮਾ। ਧਨ ਹਿਤ ਹਿੰਸਾ ਕਰਨੀ, ਧਰੋਹ ਕਰਨਾ, ਆ ਧਰਮ ਹੈ। ਅੰਤ ਪ੍ਰਯੰਤ ਦੁਸ਼ਟਤਾ ਧਾਰੇ। ਅੰਤ ਤੱਕ ਦੁਸ਼ਟਤਾ ਧਾਰਨ ਕਰਦਾ ਹੈ। ਝੂਠ ਪਿਸਨਤਾ ਚਿਤ ਹਿਤਕਾਰੇ। ਚੁਗਲੀ ਝੂਠ ਨੂੰ ਚਿੱਤ ਵਿੱਚ ਪਿਆਰ ਕਰਦਾ ਹੈ। ਜੋ ਖੱਤਰੀ ਦਵਿਜ ਕਿੰਦੋ ਚੰਡਾਲਾ। ਜਿਹੜੇ ਖੱਤਰੀ ਬ੍ਰਾਹਮਣ ਚੰਡਾਲਾਂ ਵਾਲੇ ਕੰਮ ਕਰਦੇ ਹਨ, ਸਤਿਗੁਰੂ ਜੀ ਕਹਿੰਦੇ ਬ੍ਰਾਹਮਣ ਜੀ ਸਹਿ ਜਾਏ ਜਮ ਦੰਡ ਵਿਸਾਲਾ। ਉਹ ਜਮਾਂ ਦਾ ਬੜਾ ਵੱਡਾ ਦੰਡ ਸਹਿੰਦੇ ਹਨ। ਜਮ ਕਾ ਦੰਡ ਉਹਨਾਂ ਨੂੰ ਸਹਿਣਾ ਪੈਂਦਾ ਹੈ। ਹਾਂਜੀ, ਕੌਣ ਜਨੇਊ ਤੇ ਫਲ ਦੀਨਾ। ਕੌਣ ਜਨੇਊ? ਫਿਰ ਸਤਿਗੁਰੂ ਸੱਚੇ ਪਾਤਸ਼ਾਹ ਉਹਨਾਂ ਨੂੰ ਜਨੇਊ ਨੇ ਫਿਰ ਕੀ ਫਲ ਦਿੱਤਾ? ਸਤਿਗੁਰੂ ਜੀ ਕਹਿਣ ਲੱਗੇ ਉਹਨਾਂ ਨੂੰ ਫਿਰ ਜਨੇਊ ਨੇ ਕਿਹੜਾ ਫਲ ਦਿੱਤਾ? ਜਿਹੜੇ ਭੈੜੇ ਕੰਮ ਕਰਦੇ ਨੇ, ਧਨ ਹਿਤ ਅਹਿੰਸਾ ਕਰਦੇ ਨੇ,
ਹਿੰਸਾ ਕਰਦੇ ਨੇ, ਫਰੇਬ ਕਰਦੇ ਨੇ, ਉਹਨਾਂ ਨੇ ਗਲ ਵਿੱਚ ਜੰਝੂ ਪਾਇਆ ਹੋਇਆ ਹੈ। ਤੇ ਕੀ ਫਲ ਦਿੱਤਾ ਉਹਨਾਂ ਨੂੰ ਜੰਝੂ ਨੇ? ਪਾਇਓ ਨਰਕ ਇਹ ਅਗ ਕੀਨਾ, ਇੱਥੇ ਪਾਪ ਕਰਨ ਕਰਕੇ ਉਹਨਾਂ ਨੂੰ ਨਰਕਾਂ ਦੀ ਪ੍ਰਾਪਤੀ ਹੁੰਦੀ ਹੈ। ਸੁਣ ਕਰ ਬਜ ਦਿਜ ਬਰ ਜੇ ਬੈਸੇ, ਜਦ ਉੱਥੇ ਸਾਰੇ ਬੈਠੇ ਬ੍ਰਾਹਮਣਾਂ ਨੇ ਬਚਨ ਸੁਣੇ, ਹਾਂਜੀ, ਭਏ ਮਸਟ ਕੁਛ ਆਵ ਨ ਜੈਸੇ, ਫਿਰ ਮਸਤ ਹੋ ਗਏ, ਚੁੱਪ ਹੋ ਗਏ। ਉਹ ਐਵੇਂ ਚੁੱਪ ਹੋ ਗਏ ਜਿਵੇਂ ਉਹਨਾਂ ਨੂੰ ਕੁਝ ਆਉਂਦਾ ਹੀ ਨਹੀਂ ਸੀ। ਹੋਰ ਜਿਹੜੇ ਬ੍ਰਾਹਮਣ ਬੈਠੇ ਸਨ, ਹਾਂਜੀ, ਸਨਮੁਖ ਉਤਰ ਦੇਤ ਨਾ ਕੋ, ਗੁਰੂ ਨਾਨਕ ਸਾਹਿਬ ਜੀ ਦੇ ਸਾਹਮਣੇ ਕੋਈ ਉੱਤਰ ਨਹੀਂ ਸੀ ਦੇ ਰਿਹਾ। ਕਹਿਤ ਸਤ ਸਮਝਤ ਜਿਤ ਸੋ, ਸਾਰੇ ਆਪਣੇ ਮਨ ਵਿੱਚ ਸਮਝ ਗਏ ਸਨ ਕਿ ਜੋ ਕੁਝ ਇਹ ਕਹਿ ਰਿਹਾ ਬਿਲਕੁਲ ਸੱਚ ਹੈ। ਹਾਂਜੀ, ਤਤਿ ਸੁਨਨ ਕੀ ਬਾਚਾ ਬਲਾਖਾ, ਪੰਡਤਾਂ ਵਿੱਚ ਗੁਰੂ ਜੀ ਦੇ ਹੋਰ ਬਚਨ ਦੀ ਅਭਿਲਾਸ਼ਾ ਸੁਣਨ ਦੀ ਜਾਗੀ। ਹਾਂਜੀ, ਬਹੁਤ ਹਰਦਿਆਲ ਇਮ ਭਾਖਾ, ਫਿਰ ਪੰਡਤ ਹਰਦਿਆਲ ਨੇ ਪੁੱਛਣਾ ਕੀਤਾ, ਇਸ ਤਰ੍ਹਾਂ ਬੋਲਿਆ, ਸੱਚੇ ਪਾਤਸ਼ਾਹ, ਕੌਣ ਜੰਜੂ ਤੇ ਜਾਏ ਨਾ ਨਰਕਾ, ਉਹ ਫਿਰ ਕਿਹੜਾ ਜੰਜੂ ਹੈ ਜਿਸ ਨੂੰ ਪਾ ਕੇ ਮਨੁੱਖ ਨਰਕਾਂ ਦੇ ਰਾਹ ਨਹੀਂ ਪੈਂਦਾ, ਨਰਕਾਂ ਵਿੱਚ ਨਹੀਂ ਜਾਂਦਾ। ਹਾਂਜੀ, ਜਾਤੇ ਜਮ ਨੇ ਕਰੇ ਕੋ ਤਰਕਾ, ਉਹ ਕਿਹੜਾ ਜੰਜੂ ਹੈ ਜਿਸ ਨੂੰ ਪਹਿਣ ਕੇ ਜਮ ਦੁਖੀ ਨਹੀਂ ਕਰਦੇ। ਸੋਲ ਜਰਸਨਾ ਦੇਹੋ ਸੁਨਾਏ, ਆਪਣੀ ਮਿੱਠੀ ਜੀ ਬੋਲੀ ਵਿੱਚ ਸਾਨੂੰ ਸੁਣਾਓ, ਉਸ ਜੰਜੂ ਬਾਰੇ ਦੱਸੋ ਸੱਚੇ ਪਾਤਸ਼ਾਹ, ਜਿਹੜਾ ਜੰਜੂ ਪਹਿਨ ਕੇ ਮਨੁੱਖ ਨਰਕਾਂ ਨੂੰ ਨਹੀਂ ਜਾਂਦਾ। ਇਹ ਸੱਚੇ ਪਾਤਸ਼ਾਹ ਜੀ ਸੁਣਾਓ ਸਾਨੂੰ। ਸੁਣਨ ਚਾਹ ਸਭ ਉਰ ਹਰਖਾਏ, ਸੁਣਨ ਦੀ ਚਾਹ ਸਾਰਿਆਂ ਦੇ ਹਿਰਦੇ ਵਿੱਚ ਉਤਪੰਨ ਹੋਈ ਹੈ। ਕਵਨ ਬਦਨ ਪੁਨ ਬਚਨ ਬਨਾ ਖਾਨੇ, ਫਿਰ ਕਮਲ ਮੁਖ ਤੋਂ ਫਿਰ ਬਚਨ ਕਹੇ ਸੱਚੇ ਪਾਤਸ਼ਾਹ ਜੀ ਨੇ, ਜਿਸ ਜੰਜੂ ਤੇ ਜਨ ਸਨਮਾਨੇ, ਜਿਸ ਜੰਜੂ ਦਾ ਹਰ ਕੋਈ ਆਦਰ ਕਰੇ। ਕਿਹੜਾ ਜੰਜੂ ਹੈ? ਸਤਿਗੁਰੂ ਜੀ ਦੱਸਦੇ ਹਨ, ਪਾਵਨ ਸ਼੍ਰੀ ਮੁਖ ਵਾਕ ਸ਼ਲੋਕ ਮਹੱਲਾ ਪਹਿਲਾ। ਹਾਂਜੀ, ਦਇਆ ਕਪਾਹ ਸੰਤੋਖ ਸੂਤ ਜਤ ਗੰਢੀ ਸਤ ਵਟ, ਸਤਿਗੁਰੂ ਜੀ ਕਹਿੰਦੇ, ਦਵਿਜ ਜੀ ਉਹ ਜੰਜੂ ਕਿਹੜਾ ਹੈ? ਦਇਆ ਨੂੰ ਕਪਾਹ, ਦਇਆ ਕਪਾਹ ਸੰਤੋਖ ਸੂਤ, ਸੰਤੋਖ ਨੂੰ ਧਾਗਾ, ਜਤ ਗੰਢੀ ਸਬਰ ਨੂੰ ਗੰਢ, ਸਤ ਵਟ ਸੱਚ ਨੂੰ ਮਰੋੜਾ ਬਣਾ। ਫਿਰ ਸੁਣੋ, ਦਇਆ ਨੂੰ ਕਪਾਹ, ਸੰਤੋਖ ਨੂੰ ਧਾਗਾ ਬਣਾਓ, ਸਬਰ ਦੀ ਗੰਢ ਮਾਰੋ ਤੇ ਸੱਚ ਦਾ ਮਰੋੜਾ ਚਾੜੋ। ਇਹ ਹੈ ਜੰਜੂ। ਇਹੋ ਜਨੇਊ ਜੀ ਕਾ ਹਈ ਤਾ ਪਾਂਡੇ ਘਟ, ਮੈਂ ਇਨਕਾਰੀ ਨਹੀਂ ਬ੍ਰਾਹਮਣ ਜੀ, ਜੇ ਤੁਹਾਡੇ ਕੋਲੋਂ ਐਸਾ ਜਨੇਊ ਹੈ, ਇਹ ਹੈ ਜਨੇਊ ਆਤਮਾ ਦਾ। ਜੀ ਕਾ ਦੇ ਅਰਥ ਨੇ ਆਤਮਾ ਦਾ। ਇਹ ਸਰੀਰ ਤੇ ਨਹੀਂ ਪਹਿਨਾਇਆ ਜਾਂਦਾ, ਇਹ ਆਤਮਾ ਨੂੰ ਪਹਿਨਾਇਆ ਜਾਂਦਾ ਹੈ। ਸਰੀਰ ਨੂੰ ਪਹਿਨਾਉਣ ਵਾਲਾ ਜੰਜੂ ਸੜ ਜਾਂਦਾ ਹੈ, ਗਲ ਜਾਂਦਾ ਹੈ, ਮੈਲਾ ਹੋ ਜਾਂਦਾ ਹੈ। ਪਰ ਜਿਹੜੀ ਆਤਮਾ ਨੂੰ ਦਇਆ ਕਪਾਹ ਸੰਤੋਖ ਸੂਤ ਜਤ ਗੰਢੀ ਸਤ ਵਟ, ਏ ਜਨੇਊ ਜੀ ਕਾ ਹਈ ਤਾਂ ਪਾਂਡੇ ਘਤ। ਕਹਿੰਦੇ, ਹੇ ਬ੍ਰਾਹਮਣ, ਜੇ ਤੇਰੇ ਕੋਲੇ ਆਤਮਾ ਨੂੰ ਪਾਉਣ ਵਾਲਾ ਜੰਜੂ ਹੈ, ਜੇ ਤੂੰ ਦਇਆ ਦੀ ਕਪਾਹ ਹੋਵੇ, ਸੰਤੋਖ ਦਾ ਸੂਤ ਹੋਵੇ, ਸਬਰ ਦੀ ਗੰਢ ਦਿੱਤੀ ਹੋਵੇ ਤੇ ਸੱਚ ਦਾ ਵੱਟ ਚਾੜਿਆ ਹੋਵੇ, ਹੈਗਾ ਤੇ ਮੇਰੀ ਆਤਮਾ ਨੂੰ ਪਾ ਦੇ। ਹਾਂਜੀ, ਨਾ ਟੁੱਟੈ ਨਾ ਮਲ ਲੱਗੈ, ਨਾ ਇਹੋ ਜਲੇ ਨਾ ਜਾਏ। ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਕਹਿੰਦੇ, ਟੁੱਟਦਾ ਨਹੀਂ, ਨਾ ਹੀ ਮੈਲਾ ਹੁੰਦਾ, ਨਾ ਹੀ ਇਹ ਗਵਾਚਦਾ ਹੈ। ਸੁਮਾਨਸ ਨਾਨਕਾ ਜੋਗਲ ਚੱਲੇ ਪਾਏ, ਇਹ ਨਾਨਕ ਧਨ ਹਨ ਉਹ ਪ੍ਰਾਣੀ, ਧਨ ਹਨ ਉਹ ਪ੍ਰਾਣੀ ਜੋ ਜਹਾ ਜੰਜੂ ਆਪਣੀ ਗਰਦਨ ਦੁਆਲੇ ਪਾ ਕੇ ਜਾਂਦੇ ਹਨ। ਚੌਪਈ ਸਵਾਸ ਸਥਿਰ ਇਹੋ ਲਖੋ ਜਨੇਊ, ਇਹ ਜਨੇਊ ਨੂੰ ਪਵਿੱਤਰ ਤੇ ਸਦਾ ਥਿਰ ਰਹਿਣ ਵਾਲਾ ਮੈਂ ਪਹਿਰੇ ਵਿਰਲੇ ਕੇਊ। ਜਾਣੋ, ਇਸ ਜਨੇਊ ਨੂੰ ਪਵਿੱਤਰ ਤੇ ਸਦਾ ਰਹਿਣ ਵਾਲਾ ਜਾਣੋ। ਕੋਈ ਵਿਰਲਾ ਹੀ ਇਸ ਨੂੰ ਆਪਣੇ ਗਲ ਵਿੱਚ ਪਾਉਂਦਾ ਹੈ। ਜਿਹ ਨਰ ਘਰ ਮੈਂ ਧਾਰਨ ਕੀਨਾ, ਜਿਸ ਨੇ ਜਹਾ ਜਨੇਊ ਗਲ ਵਿੱਚ ਪਾਇਆ ਹੈ। ਧਾਨਸ ਨਰ ਕੀਨੇ ਦੁਖ ਛੀਨਾ, ਧਨ ਹਨ ਉਹ ਮਨੁੱਖ, ਧਨ ਹਨ ਉਹ ਮਨੁੱਖ ਜਿਨ੍ਹਾਂ ਦੇ ਸਾਰੇ ਧਨ ਸੇ ਨਰ ਕੀਨੇ ਦੁਖ ਛੀਨਾ।
ਜਿਨ੍ਹਾਂ ਦੇ ਸਾਰੇ ਦੁੱਖਾਂ ਦਾ ਨਾਸ਼ ਹੋ ਗਿਆ। ਲੋਕ ਬਹਰ ਪਰਲੋਕ ਅਸ਼ੋਕੋ ਉਹਨਾਂ ਦਾ ਲੋਕ ਪਰਲੋਕ ਆਨੰਦਿਤ ਹੋ ਜਾਂਦਾ ਹੈ। ਸਨਮਾਨੇ ਸਭ ਅੰਤਕ ਲੋਕੋ ਉਹ ਜਮਾਂ ਦੇ ਘਰ ਵਿੱਚ ਵੀ ਸਨਮਾਨ ਪ੍ਰਾਪਤ ਕਰਦੇ ਹਨ। ਹਾਂਜੀ, हे ਬ੍ਰਾਹਮਣ, ਅਸਬਿਦ ਕੋ ਜੇ ਹੈ ਤੁਮ ਪਾਸੂ ਤੇਰੇ ਕੋਲ ਇਸ ਵਿਧੀ ਅਨੁਸਾਰ ਕੀਤਾ ਹੋਇਆ ਜੰਨੂ ਹੈ। ਹਾਂਜੀ, ਗਾਲ ਮੁਝ ਪਾਵ ਦੋ ਕ੍ਰਿਤ ਉਹ ਨਾਸ਼ੋ ਮੇਰੇ ਗਲ ਵਿੱਚ ਪਾ ਦੋ ਪਾਪਾਂ ਦਾ ਨਾਸ਼ ਕਰਨ ਵਾਲਾ ਜਨੇਊ। ਇਹੋ ਜਿਹਾ ਜਨੇਊ ਤੇਰੇ ਕੋਲ ਹੈ ਤਾਂ ਮੇਰੇ ਗਲ ਵਿੱਚ ਪਾ ਦਿਓ। ਕਰਤ ਸੂਤ ਕੋ ਗ੍ਰੰਥਨ ਪਾਈ ਸੂਤ ਕੱਤ ਕੇ ਉਸ ਨੂੰ ਗੰਢਾਂ ਮਾਰ ਲਈਆਂ ਹਨ। ਜਲ ਜਾਵੇ ਸੰਗ ਨ ਜਾਈ ਜਿਹੜਾ ਤੁਸੀਂ ਜਨੇਊ ਬਣਾਇਆ ਹੈ ਨਾ, ਇਹ ਜਨੇਊ ਸੜ ਜਾਂਦਾ ਹੈ, ਪਰਲੋਕ ਵਿੱਚ ਮਨੁੱਖ ਦੇ ਨਾਲ ਨਹੀਂ ਜਾਂਦਾ। ਜਾਨੋ ਕੱਚਾ ਕਾਜ ਸੰਸਾਰੂ ਇਸ ਨੂੰ ਸੰਸਾਰ ਵਿੱਚ ਕੱਚਾ ਕਾਰਜ ਜਾਣੋ। ਲੋਕ ਦਿਖਾਵਾ ਕਰਤ ਗਵਾਰੋ ਮੂਰਖੇ ਸਭ ਕੁਝ ਲੋਕ ਵਿਖਾਵੇ ਲਈ ਕਰਦੇ ਹਨ। ਸੁਨ ਕਰ ਬਚ ਹਰਦਿਆਲ ਰਸਾਲਾ ਪੰਡਤ ਹਰਦਿਆਲ ਗੁਰੂ ਜੀ ਦੇ ਬਚਨ ਸੁਣ ਕੇ ਨਾ, ਹਾਂਜੀ, ਫੁਲਕਾਵਲ ਤਨ ਹਰਖ ਬਸਾਲਾ ਪ੍ਰੇਮ ਦੇ ਰੰਗ ਵਿੱਚ ਰੰਗਿਆ ਗਿਆ। ਉਹਦੇ ਰੋਮ ਖੜੇ ਹੋ ਗਏ, ਪ੍ਰਸੰਨਤਾ ਨਾਲ ਖਿੜ ਉੱਠਿਆ ਤੇ ਬੋਲਿਆ, ਮੈਂ ਪੂਰਵ ਜੋ ਗਿਰਾਉ ਚਾ ਮੈਂ ਪਹਿਲਾਂ ਜੋ ਗੱਲ ਕਹੀ ਸੀ, ਹਾਂਜੀ, ਸੰਸੇ ਸੋ ਭੀ ਸਭ ਸਾਚੀ ਕਿਸੇ ਸ਼ੱਕ ਤੋਂ ਬਗੈਰ ਉਹ ਬਿਲਕੁਲ ਸੱਚੀ ਹੈ। ਲੱਖ ਹੈ ਵਿਰਲੇ ਬਹੁ ਅਨਜਾਨਾ ਅਜਿਹਾ ਤੱਥ ਕਿਸੇ ਵਿਰਲੇ ਨੂੰ ਹੀ ਵਿਰਲਿਆ ਹੀ ਜਾਣਿਆ ਹੈ। ਜੇ ਬਚ ਸੁਨ ਮਮ ਮਨ ਠਹਿਰਾਨਾ ਬਹੁਤੇ ਲੋਕ ਅਣਜਾਣ ਹੈ, ਬਚਨ ਸੁਣ ਕੇ ਮੈਂ ਆਪਣੇ ਮਨ ਵਿੱਚ ਗੱਲ ਪੱਕੀ ਕੀਤੀ ਹੈ। ਹੌਸੋ ਕਰਤਾਰਥ ਬੰਸ ਸਮੇਤਾ ਆਖਿਆ ਮੈਂ ਆਪਣੀ ਬੰਸ ਆਪਣੀ ਕੁਲ ਦੇ ਸਮੇਤ ਕਰਤਾਰਥ ਹੋ ਗਿਆ। ਅੱਜ ਕੱਲ ਦਾ ਗੁਰੂ ਨਾਨਕ ਦਾ ਸਿੱਖ ਕਦੀ ਕਿਸੇ ਪੰਡਤ ਦੇ ਅੱਗੇ ਹੱਥ ਜਾ ਕੇ ਪੱਤਰੀਆਂ ਖਿਲਾਉਂਦਾ ਫਿਰਦਾ ਹੈ, ਕਦੀ ਕਿਸੇ ਜੋਤਸ਼ੀ ਦੇ ਅੱਗੇ ਜਾ ਕੇ ਪੱਤਰੀਆਂ ਖਿਲਾਉਂਦਾ ਫਿਰਦਾ ਹੈ। ਆਪਣੇ ਗੁਰੂ ਨਾਨਕ ਸਾਹਿਬ ਜੀ ਤੇ ਜਾਂ ਪ੍ਰਭ ਕੀ ਹੋ ਚੇਰਲੀ ਸੋ ਸਭ ਤੇ ਉੱਚਾ, ਸਤਿਗੁਰਾਂ ਤੇ ਭਰੋਸਾ ਨਹੀਂ। ਤੇ ਪੰਡਤ ਹਰਦਿਆਲ ਕੀ ਕਹਿ ਰਿਹਾ ਹੈ, ਜਿਹੜਾ ਉਸ ਸਮੇਂ ਪੰਡਤਾਂ ਦਾ ਮੁਖੀ ਸੀ, ਮੁਖੀ, ਕਹਿੰਦਾ ਮੈਂ ਬੰਸ ਸਮੇਤ ਹਉ ਸੋ ਕਿਰਤਾਰਥ ਬੰਸ ਸਮੇਤਾ, ਮੈਂ ਆਪਣੀ ਬੰਸ ਆਪਣੀ ਕੁਲ ਆਪਣੇ ਪਰਿਵਾਰ ਦੇ ਸਮੇਤ ਕਿਰਤਾਰਥ ਹੋ ਗਿਆ, ਨਿਹਾਲ ਹੋ ਗਿਆ। ਭਾਜ ਜਮਾਨ ਬ੍ਰਹਮੰਡ ਨਕੇਤਾ ਅਤੇ ਬ੍ਰਹਮੰਡ ਦਾ ਜੋ ਘਰ ਅਰਥਾਤ ਆਸਰਾ ਹਨ, ਭਾਵ ਗੁਰੂ ਜੀ ਮੇਰੇ ਜਜਮਾਨ ਹੋ ਗਏ ਹਨ। ਚੌਪਈ ਅਨੰਦ ਮਗਨ ਮੁਖ ਬੋਲ ਨ ਆਵਾ ਪੰਡਤ ਹਰਦਿਆਲ ਆਨੰਦਿਤ ਹੋ ਗਿਆ, ਉਸ ਕੋਲੋਂ ਕੁਝ ਬੋਲਿਆ ਨਾ ਗਿਆ। ਸੁਨਨ ਬਚਨ ਰੁਚ ਉਪਜਾਵਾ ਗੁਰੂ ਜੀ ਦੇ ਹੋਰ ਬਚਨ ਸੁਣਨ ਵਾਸਤੇ ਤੀਬਰ ਰੁਚੀ ਪੈਦਾ ਹੋਈ ਉਸ ਦੇ ਹਿਰਦੇ ਅੰਦਰ। ਅਨੰਤ ਜਿਤ ਵਿਜ ਬੈਸੇ ਸ਼ੁਭ ਨੀਤੀ ਦੂਸਰੇ ਹੋਰ ਜਿਹੜੇ ਬ੍ਰਾਹਮਣ ਸ਼ੁਭ ਨੀਤੀ ਵਿਚਾਰ ਕੇ ਬੈਠੇ ਸਨ, ਉਹ ਬੋਲੇ ਲਖ ਪਾਸ਼ਲ ਰੀਤੀ ਉਹ ਪ੍ਰਾਚੀਨ ਰੀਤ ਨੂੰ ਪ੍ਰਮਾਣ ਲੈ ਕੇ ਬੋਲੇ। ਜਿਹੜੀਆਂ ਪੁਰਾਣੀਆਂ ਰੀਤਾਂ ਸਨ ਉਹਨਾਂ ਦੇ ਪ੍ਰਮਾਣ ਦੇ ਕੇ ਬੋਲੇ। ਪੰਡਤ ਹਰਦਿਆਲ ਤੇ ਚੁੱਪ ਹੋ ਗਿਆ, ਕਿਉਂਕਿ ਗੁਰੂ ਨਾਨਕ ਸਾਹਿਬ ਜੀ ਦੀ ਮਹਿਮਾ ਨੂੰ ਪਹਿਲਾਂ ਵੀ ਜਾਣ ਲਿਆ ਸੀ ਉਸਨੇ, ਉਹਨੇ ਕੋਈ ਗੱਲ ਨਾ ਕਹੀ। ਪਰ ਜਿਹੜੇ ਦੂਸਰੇ ਬ੍ਰਾਹਮਣ ਆਏ ਸਨ ਨਾ, ਉਹ ਪ੍ਰਾਚੀਨ ਕਾਲ ਤੋਂ ਚੱਲੀਆਂ ਆਉਂਦੀਆਂ ਰਹੁ ਰੀਤਾਂ ਨੂੰ ਮੁੱਖ ਰੱਖ ਕੇ ਉਹਨਾਂ ਦੇ ਪ੍ਰਮਾਣ ਦੇ ਦੇ ਕੇ ਬੋਲਦੇ ਨੇ। ਹੁਣ ਭੋ ਬਾਲ ਕਿਹੋ ਜਗ ਪਵਿੱਤਾ ਇਹ ਬਾਲਕ ਜਨੇਊ ਪਾਉਣ ਦੀ ਰੀਤ ਵੇਦ ਪੰਥ ਮੈਂ ਗਿਨਿਓ ਪਨੀਤਾ ਵੇਦ ਪੰਥ ਵਿੱਚ ਬਹੁਤ ਪਵਿੱਤਰ ਸਮਝੀ ਜਾਂਦੀ ਹੈ। ਪਰੰਪਰਾ ਪਾਵਨ ਬਰ ਧਰਮਾ ਆਦ ਤੋਂ ਹੀ ਤੇ ਪਵਿੱਤਰ ਤੇ ਸ੍ਰੇਸ਼ਟ ਧਰਮ ਹੈ। ਜਿਜ ਬਾਹਜ ਕੋ ਰਾਖਤ ਧਰਮਾ ਖੱਤਰੀ ਬ੍ਰਾਹਮਣ ਇਸ ਧਰਮ ਨੂੰ ਰੱਖਦੇ ਆਏ ਹਨ। ਮਾਦਕ ਤੇ ਇਹ ਚੀਲ ਆਵਾ ਬ੍ਰਹਮਾ ਦੇ ਸਮੇਂ ਤੋਂ ਚੱਲਿਆ ਆ ਰਿਹਾ ਹੈ। ਸਨੰਦਨ ਸਭ ਪਹਿਰਾਵਾ ਬ੍ਰਹਮਾ ਦੇ ਪੁੱਤਰ ਸਨਕ ਸਨੰਦਨ ਤੇ ਸੰਤ ਕੁਮਾਰ, ਇਹਨਾਂ ਬ੍ਰਹਮਾ ਦੇ ਪੁੱਤਰਾਂ ਨੇ ਵੀ ਧਾਰਨ ਕੀਤਾ ਸੀ। ਬ੍ਰਹਮਾ ਦੇ ਪੁੱਤਰਾਂ ਦੇ ਨਾਮ ਸੀ ਸਨਕ ਸਨੰਦਨ ਤੇ ਸੰਤ ਕੁਮਾਰ। ਇਹ ਸਨਕ ਸਨੰਦਨ ਵੀ ਬ੍ਰਹਮਾ ਦੇ ਪੁੱਤਰਾਂ ਦਾ ਨਾਮ ਹੈ। ਬ੍ਰਹਮਾ ਦੇ ਪੁੱਤਰਾਂ ਨੇ ਸਨਕ ਤੇ ਸਨੰਦਨ ਨੇ ਵੀ ਇਹ ਜੰਨੂ ਪਾਇਆ ਸੀ। ਇਹ ਹਮ ਕੀ ਨਿਯੁਕਤ ਨਵੀਨਾ ਜੋ ਅਸੀਂ ਕਰ ਰਹੇ ਹਾਂ ਇਹ ਕੋਈ ਨਵੀਂ ਗੱਲ ਨਹੀਂ ਹੈ। ਪਹਿਲੋ ਇਹ ਤੋਂ ਸੁਮਤ ਪ੍ਰਬੀਨਾ ਹੇ ਸ੍ਰੇਸ਼ਟ ਬੁੱਧੀ ਵਾਲੇ, ਇਸ ਜਨੇਊ ਨੂੰ ਪਹਿਨ ਲਵੋ, ਬਾਅਦ ਵਿੱਚ ਬਸ਼ੱਕ ਹਟਾ ਦਿਓ।
ਚਲੋ ਬਾਲ ਪਾਸ਼ਲ ਕੁਲ ਚਾਲੇ, हे ਬਾਲਕ ਪਹਿਲੀ ਕੁਲ ਦੀ ਪ੍ਰਾਚੀਨ ਰੀਤੀ ਤੇ ਚੱਲੋ। ਕਿਉ ਤੁਮ ਸਭ ਤੇ ਚਹੋ ਨਿਰਾਲੇ, ਤੁਸੀਂ ਸਾਰਿਆਂ ਨਾਲੋਂ ਵੱਖਰੀ ਤੇ ਨਿਰਾਲੀ ਗੱਲ ਕਿਉਂ ਕਰਨੀ ਚਾਹੁੰਦੇ ਹੋ? ਸ੍ਰੀ ਨਾਨਕ ਭਜ ਦਵਿਜ ਸ੍ਰੀ ਗੁਰੂ ਨਾਨਕ ਦੇਵ ਜੀ ਬ੍ਰਾਹਮਣਾਂ ਦੇ ਬਚਨ ਸੁਣ ਕੇ ਨਾ ਹਾਂਜੀ ਬੋਲੇ ਤੇ ਮਤ ਕਰਤਿਓ ਕਤ ਉਹਨਾਂ ਦੀ ਮਤ ਦਾ ਖੰਡਨ ਕਰਦੇ ਹੋਏ ਬੋਲੇ, ਸੱਚੇ ਪਾਤਸ਼ਾਹ ਹੀ ਮੁਖ ਵਾਕ ਚੌਕੜ ਮੁੱਲ ਅਨਾਇਆ ਬਹਿ ਚੌਕੇ ਪਾਇਆ। ਆਖਿਆ ਜਿਹੜੇ ਜੰਜੂ ਦੀ ਤੁਸੀਂ ਪ੍ਰਾਤਨ ਜੰਜੂ ਦੀ ਗੱਲ ਕਰਦੇ, ਤੁਸੀਂ 4 ਕੌਡੀਆਂ ਦਾ ਧਾਗਾ ਖਰੀਦ ਕੇ ਲਿਆਂਦਾ, ਫਿਰ ਵਿਹੜੇ ਵਿੱਚ ਬੈਠ ਕੇ ਇਸ ਨੂੰ ਮਨੁੱਖ ਦੇ ਗਲ ਵਿੱਚ ਪਾਉਣਾ ਹੈ। ਸਿੱਖਾ ਕੰਨ ਚੜਾਈਆ ਗੁਰੂ ਬ੍ਰਹਮ ਥਿਆ, ਬ੍ਰਾਹਮਣ ਧਾਰਮਿਕ ਗੁਰੂ ਬਣ ਜਾਂਦਾ, ਉਹ ਕੰਨਾਂ ਵਿੱਚ ਸਿੱਖਿਆ ਦਿੰਦਾ ਹੈ। ਕੀ ਸਿੱਖਿਆ ਦਿੰਦਾ ਹੈ? ਸਿੱਖਾ ਕੰਨ ਚੜਾਈਆ ਗੁਰ ਬ੍ਰਾਹਮਣ ਥਿਆ, ਕਿ ਅੱਜ ਤੋਂ ਤੇਰਾ ਗੁਰੂ ਬ੍ਰਾਹਮਣ ਹੈ। ਕਬੀਰ ਸਾਹਿਬ ਕਹਿੰਦੇ, ਕਬੀਰ ਬਾਹਮਣ ਗੁਰੂ ਹੈ, ਜਗਤ ਕਾ ਭਗਤਨ ਕਾ ਗੁਰ ਨਾਏ। ਅਰਧ ਉਰਧ ਕੇ ਪਚਮਵਾ, ਚਾਰੋਂ ਬੇਦੋ ਮਾਏ। ਸਿੱਖਾ ਕੰਨ ਚੜਾਈਆ, ਸਿੱਖਿਆ ਕੰਨ ਵਿੱਚ ਦਿੱਤੀ ਜਾਂਦੀ ਹੈ ਕਿ ਅੱਜ ਤੋਂ ਤੇਰਾ ਗੁਰੂ ਬ੍ਰਾਹਮਣ ਹੈ। ਉਹ ਮੁਆਹ ਝੜ ਪਿਆ ਵੇ ਤੱਗਾ ਗਿਆ, ਪਰ ਜਦੋਂ ਮਨੁੱਖ ਮਰ ਜਾਂਦਾ ਹੈ, ਉਸ ਦਾ ਜਨੇਊ ਡਿੱਗ ਪੈਂਦਾ ਹੈ, ਆਤਮਾ ਬਿਨਾਂ ਧਾਗੇ ਦੇ ਚਲੇ ਜਾਂਦੀ ਹੈ। ਕਿਉ ਪਈ ਆਸਬਿਦ ਕੋ ਦਿਜ ਦੇਹੋ ਜਨੇਊ, हे ਬ੍ਰਾਹਮਣ, ਇਸ ਵਿਧੀ ਅਨੁਸਾਰ ਤੂੰ ਜਨੇਊ ਦੇਣਾ ਹੈ। ਹਾਂਜੀ, ਚੌਕੜ ਬਿਗਤ ਮੋਲ ਲੈ ਤੇਊ, 4 ਕੌਡੀਆਂ ਦਾ ਧਾਗਾ ਤੂੰ ਮੁੱਲ ਲੈ ਲੈਂਦਾ ਹੈ। ਹਾਂਜੀ, ਅਗਰ ਸੰਗ ਜਰ ਗਇਓ ਜਗ ਮਾਹੀ, ਓਏ ਜਗਤ ਵਿੱਚ ਹੀ ਸੜ ਕੇ ਅੱਗ ਨਾਲ ਸੜ ਜਾਂਦਾ ਹੈ। ਹਾਂਜੀ, ਜਾਏ ਕਾਰਜ ਤੇ ਨਿਭਿਓ ਸੁਨਾਹੀ, ਜਿਸ ਕਾਰਜ ਲਈ ਤੂੰ ਪਾਇਆ ਸੀ, ਕਾਰਜ ਵਾਸਤੇ ਮਨੁੱਖ ਦੀ ਆਤਮਾ ਦੇ ਨਾਲ ਨਹੀਂ ਗਿਆ। ਕਿਉ ਪਈ ਜੋ ਆਗੇ ਨੇ ਕਾਰਜ ਆਵਾ, ਜਿਹੜਾ ਧਾਗਾ ਪਰਲੋਕ ਵਿੱਚ ਕਿਸੇ ਕੰਮ ਨਹੀਂ ਆਉਂਦਾ। ਹਾਂਜੀ, ਉਹ ਪਾਇਓ ਜਗ ਕੋ ਦਿਖਰਾਵਾ, ਉਹ ਤਾਂ ਇਸ ਜਗਤ ਵਿੱਚ ਕੇਵਲ ਲੋਕ ਵਿਖਾਵਾ ਹੀ ਹੈ। ਹਾਂਜੀ, ਮਮ ਸੰਸਾਰ ਸੁਨਾਹੀ ਕਾਜੂ, ਸੰਸਾਰ ਵਿੱਚ ਜਾਦੇ ਜਨੇਊ ਮੇਰੇ ਕਿਸੇ ਕੰਮ ਨਹੀਂ ਹੈ। ਹਾਂਜੀ, ਕੀ ਕਿਉ ਕਰਹੁ ਔਰ ਲਾਜੋ, ਫਿਰ ਮੈਂ ਤੁਹਾਡੇ ਚਿੱਤ ਦੀ ਲਾਜ ਦੀ ਪਰਵਾਹ ਕਿਉਂ ਕਰਾਂ? ਹਾਂਜੀ, ਸੰਗ ਨਾ ਤਗ ਜਬ ਮੈਂ ਕੂਟਾ, ਜਦ ਜੰਮ ਆ ਕੇ ਫੜ ਕੇ ਲੈ ਜਾਂਦੇ ਹਨ, ਤਹਾ ਨਾਮ ਹੋਇਓ ਤਗ ਟੂਟਾ, ਉੱਥੇ ਜਨੇਊ ਨਾਲ ਨਹੀਂ ਜਾਂਦਾ, ਉੱਥੇ ਪ੍ਰਭੂ ਦਾ ਜਪਿਆ ਹੋਇਆ ਨਾਮ ਨਾਲ ਜਾਂਦਾ, ਜਨੇਊ ਟੁੱਟ ਜਾਂਦਾ ਹੈ, ਇਹ ਧਾਗਾ ਟੁੱਟ ਜਾਂਦਾ ਹੈ। ਧੰਨ ਗੁਰੂ ਨਾਨਕ ਸਾਹਿਬ ਪਾਤਸ਼ਾਹ ਉਪਦੇਸ਼ ਦੇ ਰਹੇ ਨੇ। ਹਾਂਜੀ, ਕੀਨ ਸੁਕੂਰੀ ਚੋਰੀ ਜਾਰੀ, ਜਿਹੜੇ ਕੂੜ ਬੋਲਦੇ ਚੋਰੀ ਜਾਰੀ ਕਰਦੇ ਹਨ, ਜਾਂ ਤੇ ਮਿਲੀ ਯਾਤਰਾ ਭਾਰੀ, ਉਹਨਾਂ ਨੂੰ ਇੱਥੇ ਕਰੜੀ ਸਜ਼ਾ ਮਿਲਦੀ ਹੈ। ਤਾਂ ਤੇ ਸਤਨਾਮ ਕਰਤਾਰਾ, ਕਰਤਾ ਪੁਰਖ ਦਾ ਨਾਮ ਸੱਚਾ ਹੈ, ਜਪੋ ਤਾਏ ਹੋਏ ਜਗ ਉਸ ਨੂੰ ਨਿਸਤਾਰਾ, ਜਪਣ ਨਾਲ ਛੁਟਕਾਰਾ ਹੁੰਦਾ ਹੈ। ਦੋਨੋਂ ਲੋਕ ਵਿਖੇ ਰਹਿ ਸੰਗਾ, ਇਹ ਨਾਮ ਦੋਨਾਂ ਲੋਕਾਂ ਵਿੱਚ ਸਹਾਈ ਹੁੰਦਾ ਹੈ। ਇਸ ਦਿਨ ਸਿਮਰੋ ਸੰਗ ਉਮੰਗਾ, ਇਸ ਦਾ ਦਿਨ ਰਾਤ ਬੜੇ ਉਤਸ਼ਾਹ ਨਾਲ ਸਿਮਰਨ ਕਰੋ। ਤਿਜ ਬਾਹਰ ਕੀ ਭੀਰ ਸੁਭੂਰੀ, ਖੱਤਰੀਆਂ ਬ੍ਰਾਹਮਣਾਂ ਦੀ ਉੱਥੇ ਜਿਹੜੀ ਵੱਡੀ ਭੀੜ ਲੱਗੀ ਹੋਈ ਸੀ, ਹੁਣ ਬਚ ਬਿਸਮੈਤਾ ਉਰਪੂਰੀ, ਗੁਰੂ ਜੀ ਦੇ ਅਚਰਜ ਬਚਨ ਸੁਣ ਕੇ ਬਹੁਤ ਹੈਰਾਨ ਹੋਏ। ਉਹ ਨਾ ਉੱਤਰ ਦੇਨ ਸਮਰੱਥਾ, ਕੋਈ ਵੀ ਉੱਤਰ ਦੇਣ ਦੇ ਸਮਰੱਥ ਨਹੀਂ ਸੀ। ਸੱਚੇ ਪਾਤਸ਼ਾਹ ਜੀ ਦੀ ਪਾਵਨ ਬਾਣੀ ਦੇ ਰਸਨਾ ਤੋਂ ਉਚਾਰੀ ਹੋਈ ਬਾਣੀ ਦੇ ਸੱਚੇ ਪਾਤਸ਼ਾਹ ਜੀ ਦੇ ਸਤ ਬਾਤ ਕਿਮ ਕਹੇ ਬਿਅਰਥਾ, ਸੱਚੀ ਗੱਲ ਨੂੰ ਕਿਵੇਂ ਕਹਿੰਦੇ ਕਿ ਵਿਅਰਥ ਹੈ। ਹੁਣ ਤੇ ਕਾਲ ਜੋ ਕਾਲੂ ਗਿਆਤੇ, ਫਿਰ ਉੱਥੇ ਜੋ ਮਹਿਤਾ ਕਾਲੂ ਦੇ ਸੰਬੰਧੀ ਬੈਠੇ ਸਨ, ਉਹ ਬੋਲੇ ਨਿਜ ਬਾਤ ਸੁਹਾਤੇ, ਉਹਨਾਂ ਨੇ ਆਪਣੇ ਮਨ ਦੀ ਗੱਲ ਕਹੀ, ਹੇ ਚਤਰ ਨਾਨਕ, ਸ੍ਰੀ ਨਾਨਕ ਪਰਬੀਨਾ, ਹੇ ਚਤਰ ਸਿਆਣੇ ਨਾਨਕ ਜੀ ਗੱਲ ਸੁਣੋ। ਤੌਰ ਅਤ ਕਰ ਗਿਰਾ ਰਸ, ਆਪ ਜੀ ਦੀ ਸੱਚੀ ਬਾਣੀ ਬਹੁਤ ਮਿੱਠੀ ਹੈ। ਸਤਿਗੁਰਾਂ ਦੇ ਸੰਬੰਧੀ ਕਹਿ ਰਹੇ ਹਨ। ਹਾਂਜੀ, ਤਦਪ ਜੋ ਤਾਵ ਪਿਤ ਖਰਚੋ ਦਰਬਾ, ਅੱਜ ਤੁਹਾਡੇ ਪਿਤਾ ਜੀ ਨੇ ਜੋ ਧਨ ਖਰਚਿਆ ਹੈ, ਜਗ ਪਵੀਤ ਹੇਤ ਲਖ ਹਰਬਾ, ਉਹ ਸਾਰਾ ਜਨੇਊ ਦੀ ਰਸਮ ਵਾਸਤੇ ਹੀ ਸੀ। ਹਾਂਜੀ, ਨਹਿ ਪਹਿਰੋ ਤਬ ਹੋਏ ਅਕਾਜੋ, ਜੇ ਤੁਸੀਂ ਜਨੇਊ ਨਹੀਂ ਨਾ ਪਾਉਂਦੇ ਤੇ ਸਾਰਾ ਜਿਹੜਾ ਵਿਅਰਥ ਚਲਿਆ ਜਾਵੇਗਾ। ਹਾਂਜੀ, ਜੋ ਤੁਮਰੇ ਪਿਤ ਕੀਨ ਸਮਾਜੋ, ਤੁਹਾਡੇ ਪਿਤਾ ਜੀ ਨੇ ਸਭ ਕੁਝ ਸਮਾਜਿਕ ਰੀਤ ਵਾਸਤੇ ਕੀਤਾ ਹੈ। ਤਿਜ ਬਾਹਜ ਸਭ ਤੁਮ ਘਰ ਆਵਾ, ਬ੍ਰਾਹਮਣ ਖੱਤਰੀ ਤੁਹਾਡੇ ਘਰ ਆਏ ਨੇ। ਹਾਂਜੀ, ਪਹਿਰੋ ਜੰਜੂ ਜਗਤ ਸੁਹਾਵਾ, ਜਨੇਊ ਪਹਿਨ ਲਵੋ ਤੇ ਜਗਤ ਵਿੱਚ ਸ਼ੋਭਾ ਪਾਵੋ। ਜੋ ਨਿਜ ਕੁਲ ਕੀ ਚਲੇ ਨਾ ਚਾਲੇ, ਜਿਹੜਾ ਵਿਅਕਤੀ ਆਪਣੀ ਨਿਜ ਕੁਲ ਦੀ ਰੀਤ ਨਹੀਂ ਚੱਲਦਾ, ਹਾਂਜੀ, ਜਾਤ ਪਾਤ ਤੇ ਕਰੇ ਉਹ ਜਾਤ ਪਾਤ ਤੋਂ ਨਰਾਲੇ ਰਹਿੰਦੇ ਹਨ। ਭੁੱਲਾਂ ਦੀ ਖਿਮਾ ਅਗਲੇ ਸਮੇਂ ਅੰਦਰ ਸਾਰਾ ਪ੍ਰਸੰਗ ਆਪਾਂ ਵਾਚਾਂਗੇ ਮਿਲ ਬੈਠ ਕਰਕੇ ਧੰਨ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਦਾ ਅਮਰ ਕਥਾ ਦਾ। ਸੋ ਬੇਅੰਤ ਭੁੱਲਾਂ ਹੋਈਆਂ ਗੁਰੂ ਰਾਮਦਾਸ ਜੀ ਦੇ ਦਰਦਾਦਨਾ ਜਾਂ ਸੇਵਕ ਜਾਣ ਕੇ ਬਖਸ਼ ਲੈਣੀਆਂ ਜੀ। ਬੜੇ ਪਿਆਰ ਨਾਲ ਅਖੀਰਲੀਆਂ ਪੰਕਤੀਆਂ
ਸਰਵਣ ਕਰੋ ਦਿਜ ਬਾਜ ਸਭ ਤੁਮ ਕਰ ਆਵਾ, ਪਹਿਰੋ ਜਨੂ ਜਗਤ ਸੁਹਾਵਾ। ਜੋ ਨਿਜ ਕੁਲ ਕੀ ਚਲੇ ਨ ਚਾਲੇ, ਜਾਤ ਪਾਤ ਤੇ ਕਰੇ ਨਿਰਾਲੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ